ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 12 ਮਾਹ ਬਾਣੀ ਅੰਦਰ ਭਾਦਰੋਂ ਮਹੀਨੇ ਦਾ ਪਾਵਨ ਉਪਦੇਸ਼ ਫਰਮਾ ਰਹੇ ਹਨ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਸਤਿਗੁਰੂ ਜੀ ਫਰਮਾਉਂਦੇ ਹਨ, ਭਾਦਰੋਂ ਮਹੀਨੇ ਦੁਆਰਾ ਕਿ ਉਹ ਜੀਵ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਹਨ, ਭੁਲੇਖੇ ਦੇ ਵਿੱਚ ਭੁੱਲੀਆਂ ਹੋਈਆਂ ਹਨ। ਭਰਮ ਕੀ ਹੈ ਕਿ ਹੋਰ ਨੂੰ ਹੋਰ ਸਮਝਣਾ। ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ, ਉਸ ਨੂੰ ਸੱਪ ਸਮਝ ਲੈਣਾ। ਭਾਵ ਅਸਲੀਅਤ ਤੋਂ ਅਣਜਾਣ ਹੋਣਾ। ਸੱਤ ਨੂੰ ਅਸੱਤ ਸਮਝ ਲੈਣਾ ਤੇ ਅਸੱਤ ਨੂੰ ਸੱਤ ਸਮਝ ਲੈਣਾ। ਇਹ ਭਰਮ ਹੈ। ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕਰਕੇ ਜੋ ਨਾਸ ਹੋਣ ਵਾਲੀਆਂ ਵਸਤੂਆਂ ਹਨ, ਉਹਨਾਂ ਨੂੰ ਸਦਾ ਰਹਿਣ ਵਾਲੀਆਂ ਸਮਝ ਲੈਣਾ, ਇਹ ਭਰਮ ਹੈ। ਮਹਾਰਾਜ ਕਹਿੰਦੇ ਵੀ ਉਹ ਜੀਵ ਇਸਤਰੀਆਂ, ਉਹ ਆਤਮਾਵਾਂ, ਉਹ ਰੂਹਾਂ ਭਰਮ ਵਿੱਚ ਭੁੱਲੀਆਂ ਹੋਈਆਂ ਹਨ। ਕਿਹੜੀਆਂ ਭੁੱਲੀਆਂ? ਦੂਜਾ ਲੱਗਾ ਹੇਤ। ਜਿਨ੍ਹਾਂ ਜੀਵਾਂ ਦਾ, ਜਿਨ੍ਹਾਂ ਜੀਵ ਇਸਤਰੀਆਂ ਦਾ ਦੂਜੇ ਪਾਸੇ ਪਿਆਰ ਲੱਗਾ ਹੋਇਆ ਹੈ, ਦੂਜੇ ਪਾਸੇ ਹਿੱਤ ਲੱਗਾ ਹੋਇਆ ਹੈ। ਦੂਜੇ ਤੋਂ ਭਾਵ ਕੀ ਹੋਇਆ? ਇੱਕ ਹੈ ਵਾਹਿਗੁਰੂ। ਇੱਕ ਵਾਹਿਗੁਰੂ ਅਕਾਲ ਪੁਰਖ ਨੂੰ ਛੱਡ ਕਰਕੇ ਦੂਸਰੇ ਪਾਸੇ ਭਾਵੇਂ ਪਦਾਰਥਾਂ ਦੇ ਵਿੱਚ ਹਿੱਤ ਲੱਗਾ ਹੋਇਆ ਹੈ, ਭਾਵੇਂ ਸੱਜਣਾ ਮਿੱਤਰਾਂ ਦੇ ਵਿੱਚ, ਸੰਬੰਧੀਆਂ ਦੇ ਵਿੱਚ, ਸਰੀਰ ਵਿੱਚ। ਇੱਕ ਵਾਹਿਗੁਰੂ ਤੋਂ ਛੱਡ ਕੇ ਬਾਕੀ ਸਭ ਕੁਝ ਦੂਜਾ ਹੈ। ਜਿਵੇਂ ਮਹਾਰਾਜ ਕਹਿੰਦੇ, ਖਸਮ ਛੋੜ ਦੂਜਾ ਲੱਗੇ, ਡੁੱਬੇ ਸੇਵਣ ਜਾ ਰਿਹਾ। ਤੋ ਇੱਕ ਵਾਹਿਗੁਰੂ ਪ੍ਰਭੂ ਭੁੱਲ ਗਿਆ ਹੈ ਤੇ ਪ੍ਰਭੂ ਨੂੰ ਭੁਲਾ ਕਰਕੇ ਦੂਜੇ ਪਾਸੇ ਜਿਨ੍ਹਾਂ ਜੀਵਾਂ ਦਾ ਪਿਆਰ ਲੱਗਾ ਹੋਇਆ ਹੈ, ਉਹ ਜੀਵ ਭਰਮ ਵਿੱਚ ਪਏ ਹੋਏ ਹਨ। ਜਿਵੇਂ ਮਹਾਰਾਜ ਨੇ ਭਰਮ ਦੀ ਵਿਆਖਿਆ ਕਰਦਿਆਂ ਆਖਿਆ, ਭੱਬਾ ਭਰਮ ਮਿਟਾਵਹੁ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਵੀ ਇਹ ਜਿਹੜਾ ਸੰਸਾਰ ਹੈ, ਇਹ ਸਾਰਾ ਸੁਪਨੇ ਦੀ ਤਰ੍ਹਾਂ ਹੈ, ਜਿਸ ਨੂੰ ਇਹ ਜੀਵ ਤੂੰ ਸੱਚ ਮੰਨੀ ਬੈਠਾ ਹੈ। ਜੋ ਪ੍ਰਭੂ ਸੱਚ ਹੈ, ਉਸ ਨੂੰ ਤੂੰ ਸਿਮਰਦਾ ਨਹੀਂ, ਉਹਦੇ ਧਿਆਨ ਵਿੱਚ ਜੁੜਦਾ ਨਹੀਂ। ਭੱਬਾ ਭਰਮ ਮਿਟਾਵਹੁ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਵੀ ਸੰਸਾਰ ਨੂੰ ਜਿਸ ਤਰ੍ਹਾਂ ਦਾ ਤੂੰ ਮੰਨਿਆ ਹੋਇਆ ਹੈ, ਇਸ ਤਰ੍ਹਾਂ ਦਾ ਹੈ ਨਹੀਂ, ਇਹੀ ਤੈਨੂੰ ਭਰਮ ਪਿਆ ਹੋਇਆ ਹੈ। ਤੇ ਵਾਹਿਗੁਰੂ ਪਰਮੇਸ਼ਰ ਜੋ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਤੂੰ ਸਦਾ ਸਲਾਮਤ ਨਿਰੰਕਾਰ, ਉਹ ਸੱਚਾ ਹੈ ਤੇ ਉਸ ਪ੍ਰਭੂ ਨੂੰ ਤੂੰ ਸਿਮਰਦਾ ਨਹੀਂ ਹੈ। ਜੋ ਦਾਤਾ ਹੈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਵਿਸਰਨਾ ਨਹੀਂ ਚਾਹੀਦਾ, ਭੁੱਲਣਾ ਨਹੀਂ ਚਾਹੀਦਾ, ਉਸ ਨੂੰ ਤੂੰ ਭੁਲਾਇਆ ਹੋਇਆ ਹੈ। ਤੇ ਜਿਸ ਨੇ ਨਾਸ ਹੋ ਜਾਣਾ ਹੈ, ਇਹ ਨਾਸੀ ਸੰਸਾਰ ਨੂੰ ਤੂੰ ਚੇਤੇ ਰੱਖਦਾ ਹੈ, ਅਬਿਨਾਸੀ ਪ੍ਰਭੂ ਨੂੰ ਭੁਲਾਇਆ ਹੋਇਆ ਹੈ। ਇਹੀ ਭਰਮ ਹੈ। ਸੰਸਾਰ ਨੂੰ ਜਿਸ ਤਰ੍ਹਾਂ ਦਾ ਤੂੰ ਮੰਨਿਆ ਹੋਇਆ ਹੈ, ਸੰਸਾਰ ਇਸ ਤਰ੍ਹਾਂ ਦਾ ਹੈ ਨਹੀਂ। ਜਿਵੇਂ ਮਹਾਰਾਜ ਕਹਿੰਦੇ, ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਕਿ ਪ੍ਰਭੂ ਤੇਰੇ ਤੋਂ ਬਿਨਾਂ ਬਾਕੀ ਸਭ ਕੁਝ ਨਾਸ ਹੋ ਜਾਣ ਵਾਲਾ ਹੈ, ਝੂਠਾ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ।
ਤਾਂ ਮਹਾਰਾਜ ਕਹਿੰਦੇ ਵੀ ਉਹ ਜੀਵ ਇਸਤਰੀਆਂ ਭਰਮ ਵਿੱਚ ਭੁੱਲੀਆਂ ਹਨ, ਜਿਨ੍ਹਾਂ ਦਾ ਦੂਜੇ ਪਾਸੇ ਮੋਹ ਲੱਗਾ ਹੋਇਆ ਹੈ, ਦੂਜੇ ਪਾਸੇ ਹੇਤ ਪਿਆਰ ਲੱਗਾ ਹੋਇਆ ਹੈ ਪ੍ਰਭੂ ਨੂੰ ਛੱਡ ਕਰਕੇ। ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ। ਜਿਵੇਂ ਪਤਨੀ ਪਤੀ ਨੂੰ ਤਾਂ ਭੁੱਲ ਜਾਵੇ, ਪਤੀ ਨੂੰ ਤਾਂ ਯਾਦ ਨਹੀਂ ਕਰਦੀ, ਪਤੀ ਨਾਲ ਤਾਂ ਪ੍ਰੇਮ ਨਹੀਂ ਹੈ, ਪਰ ਆਪਣੇ ਸਰੀਰ ਤੇ 16 ਸ਼ਿੰਗਾਰ ਕਰਦੀ ਹੈ, ਤੇ ਉਹਦੇ ਉਹ ਸ਼ਿੰਗਾਰ ਇਕੱਲੇ ਜਿਹੜੇ ਉਹ ਕਿਸੇ ਅਰਥ ਨਹੀਂ, ਕਿਸੇ ਕਾਰਜ ਨਹੀਂ ਉਹਦੇ ਆਉਂਦੇ। ਭਾਵ ਪਤੀ ਦੀ ਪ੍ਰਸੰਨਤਾ ਤੇ ਹੈ ਨਹੀਂ, ਪਤੀ ਨੂੰ ਤਾਂ ਉਹ ਮਿਲਦੀ ਨਹੀਂ ਹੈ, ਪਤੀ ਤੋਂ ਤਾਂ ਵਾਂਝੀ ਹੈ, ਉਸ ਦੇ ਸ਼ਿੰਗਾਰ ਵੀ ਨਿਸਫਲ ਹਨ। ਇਸੇ ਤਰ੍ਹਾਂ ਜੋ ਪ੍ਰਮਾਤਮਾ ਪਤੀ ਨੂੰ ਜੀਵ ਭੁੱਲੇ ਹੋਏ ਹਨ, ਉਹ 16 ਸ਼ਿੰਗਾਰ ਛੱਡ ਕੇ ਭਾਵੇਂ ਲੱਖਾਂ ਸ਼ਿੰਗਾਰ ਵੀ ਬਣਾ ਦੇਣ, ਉਹ ਸ਼ਿੰਗਾਰ ਬਣਾਏ ਹੋਏ ਕਾਰਜ ਨਾਹੀ ਕੇਤ, ਕੋਈ ਕਾਰਜ ਨਹੀਂ ਸਵਾਰਦੇ, ਕਿਸੇ ਕੰਮ ਨਹੀਂ ਆਉਂਦੇ, ਕਿਸੇ ਲੇਖੇ ਵਿੱਚ ਨਹੀਂ ਹਨ। ਇੱਥੇ ਸ਼ਿੰਗਾਰ ਕੀ ਹੋਇਆ? ਧਰਮ ਦਾ ਬਾਣਾ, ਧਰਮ ਦੇ ਬਾਹਰੀ ਕਰਮ, ਦਾਨ ਪੁੰਨ, ਤੀਰਥ ਯਾਤਰਾਵਾਂ, ਹੋਰ ਜਿੰਨੇ ਧਰਮ ਦੇ ਕਰਮ ਹਨ, ਉਹ ਸਾਰੇ ਸ਼ਿੰਗਾਰ ਰੂਪ ਹਨ। ਉਹ ਸ਼ਿੰਗਾਰ ਤਾਂ ਬਣਾਏ, ਪਰ ਇਹ ਜੀਵ ਇਸਤਰੀ ਦੇ ਉਹ ਕਿਸੇ ਕਾਰਜ ਨਹੀਂ ਸਵਾਰਦੇ, ਕਿਸੇ ਕੰਮ ਨਹੀਂ ਆਉਂਦੇ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਕੋਈ ਕੰਮ ਨਹੀਂ ਮਹਾਰਾਜ ਕਹਿੰਦੇ ਉਹ ਆਉਂਦੇ। ਲੱਖਾਂ ਸਾਧਨ ਕੀਤੇ ਧਰਮ ਦੇ ਸ਼ਿੰਗਾਰ, ਧਰਮ ਦਾ ਬਾਣਾ। ਜਿਤ ਦਿਨ ਦੇਹ ਬਿਨਸ ਸੀ, ਇਹ ਦੇਹ ਬਿਨਸਣਾ ਰਹੀ ਹੈ, ਤੇ ਜਿਸ ਦਿਨ ਇਸ ਦੇਹ ਨੇ, ਇਸ ਸਰੀਰ ਨੇ ਬਿਨਸਣਾ ਹੈ, ਤਿਤ ਵੇਲੇ ਕਹਿਸਨ ਪ੍ਰੇਤ, ਉਸ ਵੇਲੇ ਉਸ ਸੰਬੰਧੀ ਇਸ ਨੂੰ ਪ੍ਰੇਤ ਕਹਿਣਗੇ, ਅਪਵਿੱਤਰ ਕਹਿਣਗੇ, ਜਿਨ੍ਹਾਂ ਦੇ ਨਾਲ ਇਸ ਦਾ ਹੇਤ ਲੱਗਾ ਹੋਇਆ ਹੈ ਵਾਹਿਗੁਰੂ ਨੂੰ ਭੁਲਾ ਕਰਕੇ। ਉਹ ਘਰ ਦੇ ਮੈਂਬਰ ਹੀ ਇਸ ਨੂੰ ਪ੍ਰੇਤ ਕਹਿਣਗੇ। ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਪਰਿਵਾਰ ਦੇ ਅੰਦਰ ਵੀ ਇੱਕ ਇਸ ਤਰ੍ਹਾਂ ਦਾ ਸਹਿਮ ਜਿਹਾ ਬਣਿਆ ਹੁੰਦਾ ਹੈ ਵੀ ਇਹ ਜੋ ਮ੍ਰਿਤਕ ਸਰੀਰ ਹੈ ਇਹ ਹੁਣ ਅਪਵਿੱਤਰ ਹੋ ਗਿਆ ਹੈ, ਇਹਦਾ ਮੰਜਾ ਵੀ ਜਿਹਦੇ ਉੱਤੇ ਸਰੀਰ ਤਿਆਗਿਆ ਉਹ ਵੀ ਘਰੇ ਨਾ ਰਵੇ, ਇਹਦੇ ਕੱਪੜੇ ਵੀ ਘਰੇ ਨਾ ਰਹਿਣ, ਸਾਰਾ ਕੁਝ ਸ਼ਮਸ਼ਾਨ ਘਾਟ ਵਿੱਚ ਪਹੁੰਚਾ ਦਿੰਦੇ ਹਨ। ਤਾਂ ਮਹਾਰਾਜ ਸਾਹਿਬ ਕਹਿੰਦੇ ਹਨ ਵੀ ਉਹ ਸਾਰੇ ਹੀ ਪ੍ਰੇਤ ਕਹਿਣਗੇ ਤੈਨੂੰ, ਅਪਵਿੱਤਰ ਕਹਿੰਦੇ ਹਨ ਉਹ ਸਾਰੇ ਹੀ ਤੈਨੂੰ, ਪ੍ਰੇਤ ਉਹ ਜੋ ਅਵਗਤ ਰੂਹ ਹੈ, ਤੈਨੂੰ ਪ੍ਰੇਤ ਕਹਿਣਗੇ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਨੀ ਭੇਤ। ਜਿਸ ਵੇਲੇ ਧਰਮ ਰਾਜਾ ਦੇ ਦੂਤ ਜਮਦੂਤ ਤੈਨੂੰ ਫੜ ਕਰਕੇ ਅੱਗੇ ਤੋਰ ਲੈਣਗੇ, ਫਿਰ ਉਹਨਾਂ ਨੇ ਕਿਸੇ ਨੂੰ ਭੇਤ ਨਹੀਂ ਦੇਣਾ, ਮਰਮ ਨਹੀਂ ਦੇਣਾ ਵੀ ਇਹਨੂੰ ਕਿੱਥੇ ਲੈ ਕੇ ਚੱਲੇ ਹਾਂ। ਜਹ ਮਹਾ ਭਿਆਨ ਦੂਤ ਜਮ ਦਲੈ, ਉਹ ਭਿਆਨਕ ਰਸਤਾ ਜਿੱਥੇ ਜਮਦੂਤਾਂ ਨੇ ਲੈ ਕੇ ਜਾਣਾ ਹੈ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਓ ਲੱਗਾ ਹੇਤ। ਮਹਾਰਾਜ ਕਹਿੰਦੇ ਜਿਨ੍ਹਾਂ ਦੂਜਿਆਂ ਦੇ ਨਾਲ ਤੇਰਾ ਹੇਤ ਲੱਗਾ ਹੋਇਆ ਹੈ ਨਾ, ਜਿਨ੍ਹਾਂ ਸੰਬੰਧੀਆਂ ਨਾਲ, ਉਹਨਾਂ ਸੰਬੰਧੀਆਂ ਨੇ ਅਖੀਰ ਦੇ ਸਮੇਂ ਛੱਡ ਕੇ ਇੱਕ ਖਿਣ ਵਿੱਚ ਪਾਸੇ ਹੋ ਜਾਣਾ ਹੈ, ਖਲੋ ਜਾਣਾ ਹੈ ਪਾਸੇ। ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਨਾਲ ਤੇਰਾ ਪ੍ਰੇਮ ਲੱਗਾ ਹੋਇਆ ਹੈ ਤੇ ਤੂੰ ਭਰਮ ਵਿੱਚ ਪਿਆ ਹੋਇਆ ਹੈ ਕਿ ਵੀ ਇਹ ਮੇਰੇ ਹਨ, ਇਹ ਭਰਮ ਭੁਲਾਣੀਆਂ, ਜਿਸ ਕਰਕੇ ਤੂੰ ਭਰਮ ਵਿੱਚ ਭੁੱਲਿਆ ਹੋਇਆ ਹੈ, ਉਹਨਾਂ ਨੇ ਛੱਡ ਕੇ ਇੱਕ ਖਿਣ ਵਿੱਚ ਪਾਸੇ ਹੋ ਜਾਣਾ ਹੈ। ਹੱਥ ਮਰੋੜੈ ਤਨ ਕਪੇ, ਜਿਸ ਵੇਲੇ ਅਖੀਰ ਦੇ ਸਮੇਂ ਤੇ ਜਮਦੂਤ ਇਸ ਦੀ ਜਿੰਦ ਨੂੰ ਲੈ ਕੇ ਜਾਂਦੇ ਹਨ, ਸਰੀਰ ਚੋਂ ਕੱਢਦੇ ਹਨ, ਜਦੋਂ ਜਮਦੂਤ ਇਹਨੂੰ ਦਿਸਦੇ ਆ ਤੇ ਹੱਥ ਮਰੋੜਦਾ ਹੈ, ਸਰੀਰ ਕੰਬਦਾ ਹੈ। ਸਿਆਹ ਹੋਆ ਸੇਤ, ਕਾਲੇ ਤੋਂ ਚਿੱਟਾ ਹੋ ਜਾਂਦਾ ਹੈ, ਸਰੀਰ ਦਾ ਰੰਗ ਬਦਲਦਾ ਹੈ, ਕਦੀ ਸ਼ਾਹ ਕਾਲਾ ਹੁੰਦਾ ਹੈ, ਕਦੀ ਸੇਤ ਚਿੱਟਾ ਹੋ ਜਾਂਦਾ ਹੈ। ਜੇ ਹਾ ਬੀਜੈ ਸੋ ਲੁਣੈ,
ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਹਨ, ਜਿਸ ਤਰ੍ਹਾਂ ਦਾ ਇਹ ਬੀਜ ਬੀਜਦਾ ਹੈ ਜੀਵ, ਉਸ ਤਰ੍ਹਾਂ ਦਾ ਇਹ ਵੱਢਦਾ ਹੈ। ਕਰਮਾ ਸੰਦੜਾ ਖੇਤ, ਇਹ ਕਰਮਾਂ ਦਾ ਖੇਤ ਹੈ ਸਰੀਰ। ਇਹ ਕਰਮਾਂ ਦੀ ਧਰਤੀ ਮਿਲੀ ਹੈ, ਕਰਮਾਂ ਦੀ ਜ਼ਮੀਨ ਹੈ। ਇਸ ਦੇ ਵਿੱਚ ਜੀਵ ਚੰਗੇ ਮਾੜੇ ਕਰਮ ਕਰਨ ਰੂਪੀ ਜਿਹੋ ਜਿਹਾ ਬੀਜ ਬੀਜਦਾ ਹੈ, ਉਹੋ ਜਿਹਾ ਇਹਨੂੰ ਵੱਢਣਾ ਪੈਂਦਾ ਹੈ। ਭਾਵ ਜਿਸ ਤਰ੍ਹਾਂ ਕੋਈ ਫਸਲ ਬੀਜਦਾ ਹੈ, ਜਿਹੜੀ ਬੀਜਦਾ ਉਹੀ ਵੱਢਦਾ ਹੈ। ਵੀ ਇਹਨੇ ਵੀ ਜੇ ਚੰਗੇ ਤੇ ਮਾੜੇ ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਉਹ ਕਰਮਾਂ ਦਾ ਇਹਨੂੰ ਫਲ ਸੁੱਖ ਤੇ ਦੁੱਖ ਮਿਲਦਾ ਹੈ। ਚੰਗਿਆਈਆਂ ਤੇ ਬੁਰਿਆਈਆਂ ਇਹਦੀਆਂ ਵਾਚੀਆਂ ਜਾਂਦੀਆਂ। ਇਹ ਨਹੀਂ ਵੀ ਇਹ ਕਿੱਕਰਾਂ ਬੀਜੇ ਤੇ ਇਹਨੂੰ ਅੰਗੂਰ ਮਿਲ ਜਾਣਗੇ। ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਵੀ ਇਹ ਜੱਟ, ਇਹ ਜ਼ਿਮੀਂਦਾਰ, ਇਹ ਜੀਵ ਕਿੱਕਰਾਂ ਬੀਜ ਕੇ ਤੇ ਇਹ ਬਜੌਰੀਆਂ ਦਾਖਾਂ, ਇਹ ਅੰਗੂਰ ਭਾਲਦਾ ਹੈ, ਅੰਗੂਰ ਨਹੀਂ ਲੱਗਣਗੇ। ਹੰਡਾਏ ਉੱਨ ਕਤਾਏ ਦਾ ਪੈਦਾ ਲੋੜ ਹੈ ਪੱਟ, ਉੱਨ ਕੱਤ ਕੇ ਤੇ ਰੇਸ਼ਮੀ ਵਸਤਰ ਨਹੀਂ ਪ੍ਰਾਪਤ ਹੋਣਗੇ। ਭਾਵ ਜਿਹੋ ਜਿਹਾ ਕਰਮ ਕਰਦਾ, ਜੇ ਮਾੜਾ ਕਰਮ ਕਰਦਾ, ਪਾਪ ਕਰਮ ਕਰਦਾ ਹੈ, ਤੇ ਉਹਦਾ ਫਲ ਇਹਨੂੰ ਸੁੱਖ ਨਹੀਂ ਮਿਲੇਗਾ। ਜਿਹੋ ਜਿਹਾ ਜੀਵ ਕਰਮ ਕਰਦਾ ਹੈ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਮਹਾਰਾਜ ਕਹਿੰਦੇ ਜ਼ਹਿਰ ਬੀਜ ਕੇ ਅੰਮ੍ਰਿਤ ਭਾਲਦਾ ਹੈ। ਮਾੜੇ ਕਰਮ ਕਰਦਾ ਹੈ, ਚੰਗਾ ਫਲ ਚਾਹੁੰਦਾ ਹੈ। ਬੀਜੇ ਬਿਖ ਮੰਗੈ ਅੰਮ੍ਰਿਤ ਵੇਖੋ, ਇਹੋ ਨਿਆਓ। ਪਰ ਇਹ ਨਿਆਂ ਨਹੀਂ ਹੈ। ਜਿਹੋ ਜਿਹਾ ਬੀਜ ਬੀਜੇਗਾ ਉਹ ਜਿਹਾ ਇਹਨੂੰ ਵੱਢਣਾ ਪੈਣਾ। ਭਾਵੇਂ ਅੱਜ ਵੱਢ ਲਵੇ, ਭਾਵੇਂ ਕੱਲ੍ਹ ਵੱਢ ਲਵੇ, ਭਾਵੇਂ ਪਰਸੋਂ ਇਹ ਵੱਢ ਲਵੇ, ਭਾਵੇਂ ਇਸ ਜਨਮ 'ਚ ਪ੍ਰਾਪਤ ਕਰ ਲਵੇ ਜਾਂ ਅਗਲਾ ਜਨਮ, ਜਾਂ ਕਈ ਜਨਮ ਧਾਰਨ ਕਰਨੇ ਪੈਣ ਉਸ ਦਾ ਫਲ ਪ੍ਰਾਪਤ ਕਰਨ ਵਾਸਤੇ। ਜਿਹਾ ਬੀਜੈ ਸੋ ਲਾਉਣਾ। ਕਰਮਾਂ ਸੰਦੜਾ ਖੇਤ, ਇਹ ਸਰੀਰ ਕਰਮਾਂ ਦਾ ਖੇਤ, ਇਹਦੇ 'ਚ ਬੀਜ ਬੀਜਿਆ, ਇਹਨੂੰ ਵੱਢਣਾ ਪਵੇਗਾ। ਕੀਤੇ ਕਰਮਾਂ ਦਾ ਫਲ ਇਹਨੂੰ ਪ੍ਰਾਪਤ ਹੋਵੇਗਾ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜੋ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਵਾਹਿਗੁਰੂ ਜੀ ਆਪਣੇ ਚਰਨਾਂ ਦਾ ਜਹਾਜ਼ ਦੇ ਦਿੰਦੇ ਹਨ। ਪ੍ਰਭ ਦੇਤ, ਪ੍ਰਭੂ ਜੀ ਦੇ ਦਿੰਦੇ ਹਨ ਆਪਣੇ ਚਰਨਾਂ ਦਾ ਬੋਹਿਥ ਜਹਾਜ਼, ਸੰਸਾਰ ਭੋਜਲ ਤੋਂ ਪਾਰ ਹੋਣ ਵਾਸਤੇ। ਇਸ ਕਰਕੇ ਕਲਗੀਧਰ ਪਾਤਸ਼ਾਹ ਨੇ ਵੀ ਬੇਨਤੀ ਕੀਤੀ ਹੈ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਚਿੱਤ ਚਰਨ ਨਾਮ, ਹਿਰਦੈ ਚਰਨ ਸ਼ਬਦ, ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰੂ ਕਾ ਸ਼ਬਦ ਇਹ ਵਾਹਿਗੁਰੂ ਦੇ ਚਰਨ ਹਨ, ਔਰ ਇਹ ਚਰਨਾਂ ਰੂਪੀ ਜਹਾਜ਼ ਹੈ, ਵਾਹਿਗੁਰੂ ਜੀ ਦੇ ਦਿੰਦੇ ਹਨ। ਸੇ ਭਾਦੋਏ ਨਰਕ ਨਾ ਪਾਈਆ ਹੈ। ਮਹਾਰਾਜ ਕਹਿੰਦੇ ਉਸ ਜੀਵ ਨੂੰ ਇਹ ਭਾਦਰੋਂ ਦੇ ਮਹੀਨੇ ਦੁਆਰਾ ਫਰਮਾਉਂਦੇ ਹਨ, ਨਰਕਾਂ ਵਿੱਚ ਨਹੀਂ ਪਾਇਆ ਜਾਂਦਾ। ਕਿਹੜੇ ਜੀਵ ਨੂੰ? ਗੁਰ ਰੱਖਣ ਵਾਲਾ ਹੇਤ। ਜਿਹੜਾ ਜੀਵ ਗੁਰੂ ਸਾਹਿਬ ਦੇ ਨਾਲ ਹੇਤ ਰੱਖਣ ਵਾਲਾ ਹੈ, ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਹੇਤ ਪ੍ਰੇਮ ਕਰਦਾ ਹੈ, ਜਿਹੜਾ ਦੂਜੇ ਹੇਤ ਵਿੱਚ ਨਹੀਂ ਲੱਗਾ। ਕਿਉਂਕਿ ਦੂਜਾ ਹੇਤ ਜਿਹੜਾ ਹੈ ਸੰਬੰਧੀਆਂ ਦਾ, ਪਦਾਰਥਾਂ ਦਾ, ਉਹ ਤਾਂ ਇੱਕ ਛਿਨ ਵਿੱਚ ਛੱਡ ਖੜੋਤੇ ਖਿਨੈ ਮਾਹੇ ਜਿਨ ਸਿਓ ਲੱਗਾ ਹੇਤ। ਉਹ ਤਾਂ ਮਹਾਰਾਜ ਕਹਿੰਦੇ ਭਰਮ ਹੈ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਪਰ ਜਿਹੜਾ ਗੁਰ ਰੱਖਣ ਵਾਲਾ ਹੇਤ, ਗੁਰੂ ਸਾਹਿਬ ਨਾਲ ਹੇਤ ਰੱਖਦਾ ਹੈ, ਗੁਰੂ ਸਾਹਿਬ ਨਾਲ ਹਿੱਤ ਰੱਖਦਾ ਹੈ, ਪ੍ਰੇਮ ਰੱਖਦਾ ਹੈ, ਫਿਰ ਗੁਰੂ ਕੇ ਪ੍ਰੇਮੀ ਨੂੰ, ਗੁਰੂ ਸਾਹਿਬ ਜੀ ਦੇ ਨਾਲ ਪ੍ਰੇਮ ਕਰਨ ਵਾਲੇ ਨੂੰ ਗੁਰੂ ਸਾਹਿਬ ਆਪ ਨਰਕਾਂ ਤੋਂ ਬਚਾਉਂਦੇ ਹਨ। ਜਿਵੇਂ ਭਾਈ ਜੋਗੇ ਨੂੰ ਕਲਗੀਧਰ ਪਾਤਸ਼ਾਹ ਨੇ ਪਹਿਰਾ ਦੇ ਕੇ ਬਚਾਇਆ। ਲੋਕ ਵਿੱਚ ਵੀ ਵਿਕਾਰਾਂ ਤੋਂ ਰੱਖਿਆ ਕਰਦੇ ਆ, ਪਰਲੋਕ ਵਿੱਚ ਵੀ ਜਮਦੂਤਾਂ ਤੋਂ ਰੱਖਿਆ ਕਰਦੇ ਹਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਐਸੀ ਬਖਸ਼ਿਸ਼ ਮਹਾਰਾਜ ਸਾਹਿਬ ਜੀ ਕਰਦੇ ਹਨ। ਤੋ ਸਤਿਗੁਰੂ ਜੀ ਆਪ ਰਾਖੀ ਕਰਦੇ ਹਨ। ਐਥੈ ਉਥੈ ਰਖਵਾਲਾ, ਪ੍ਰਭ ਸਤਿਗੁਰ ਦੀਨ ਦਇਆਲਾ। ਤੋ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਇਹ ਭਾਦਰੋਂ ਦੇ ਮਹੀਨੇ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦੇ ਵਸੇ। ਮਹਾਰਾਜ ਸਾਹਿਬ ਜੀ ਨੇ ਇਹ 6ਵਾਂ ਮਹੀਨਾ ਹੈ, ਭਾਦਰੋਂ ਦਾ ਮਹੀਨਾ, ਜਿਨ੍ਹਾਂ ਨੂੰ ਆਪਾਂ ਦੇਸੀ ਮਹੀਨੇ ਕਹਿ ਦਿੰਦੇ ਹਾਂ। ਇਹ ਜੋ ਗੁਰਬਾਣੀ ਵਿੱਚ ਆਏ ਬਿਕਰਮੀ ਸੰਮਤ ਦੇ ਮਹੀਨੇ ਹਨ। ਤੋ ਮਹਾਰਾਜ ਸਾਹਿਬ ਜੀ ਨੇ ਇਹ 6ਵੇਂ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ।
ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।